ਸਵਾਈਂਦੋ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਤੇ ਪੀਐਸਟੈਟ, ਸੀਟੈਟ ਤੇ ਮਾਸਟਰ ਗ੍ਰੇਡ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈ ਕਿਉਂਕਿ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਫੈਡਰਲਿਜ਼ਮ ਦੇ ਨਾਲ ਸੰਬੰਧ ਜਿਹੜੇ 20 MCQ ਡਿਸਕਸ ਕਰਾਂਗੇ ਜੋ ਤੁਹਾਨੂੰ ਮਾਸਟਰ ਕੈਡਰ, ਐਨਟੀਟੀ, ਪਟਵਾਰੀ, PSPCL, ਪੰਜਾਬ ਪੁਲਿਸ, PPCS ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹਿਣਗੇ। ਸੋ ਇਸ ਤੋਂ ਪਹਿਲਾਂ ਜਿਹੜੀ ਆਪਾਂ ਥਿਊਰੀ ਹੈ ਇਸਦੀ ਉਹ ਕੰਪਲੀਟ ਕਰ ਲਈ ਹੈ, ਉਹ ਤੁਸੀਂ ਗਰੁੱਪ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਸਾਰੀ ਥਿਊਰੀ ਆਪਣੀ ਕੰਪਲੀਟ ਹੋ ਚੁੱਕੀ ਹੈ। ਫੈਡਰਲਿਜ਼ਮ ਦੇ ਨਾਲ ਹੀ ਇੱਕ ਕਨਸੈਪਟ ਹੋਰ ਜੁੜਿਆ ਹੋਇਆ ਹੈ ਸੈਂਟਰ ਐਂਡ ਸਟੇਟ ਰਿਲੇਸ਼ਨ ਵਾਲਾ, ਉਹ ਵੀ ਆਪਾਂ ਕੱਲ ਕੰਪਲੀਟ ਕਰ ਲਿਆ ਹੈ। ਉਹ ਥਿਊਰੀ ਦੀਆਂ ਕਲਾਸਿਸ ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾਣਗੀਆਂ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਮਿਲਦੀਆਂ ਰਹਿਣਗੀਆਂ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਇਹਨਾਂ MCQ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੇ ਥਿਊਰੀ ਦੀਆਂ ਕਲਾਸਿਸ ਨਹੀਂ ਲਗਾਈਆਂ ਉਹ ਪਲੀਜ਼ ਪਹਿਲਾਂ ਥਿਊਰੀ ਦੀਆਂ ਕਲਾਸਿਸ ਜ਼ਰੂਰ ਲਗਾ ਲਿਆ ਕਰੋ ਤਾਂ ਕਿ ਤੁਹਾਡੇ ਸਾਰੇ ਕਨਸੈਪਟ ਪਹਿਲਾਂ ਕਲੀਅਰ ਹੋ ਜਾਣ। ਉਸ ਤੋਂ ਬਾਅਦ ਤੁਸੀਂ ਇਹਦੇ ਜਿਹੜੇ MCQ ਆ ਉਹ ਬੜੇ ਈਜ਼ੀਲੀ ਤਰੀਕੇ ਦੇ ਨਾਲ ਸੋਲਵ ਕਰ ਸਕੋ। ਓਕੇ ਜੀ। ਸੋ ਦੋਨੋਂ ਹੀ ਜਿਹੜੀਆਂ ਥਿਊਰੀਆਂ ਸਾਡੀਆਂ ਕੰਪਲੀਟ ਹੋ ਚੁੱਕੀਆਂ ਨੇ ਜੋ ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਪਹਿਲਾ ਹੈ ਫੈਡਰਲਿਜ਼ਮ ਯਾਨੀ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ ਜਿਹੜੀ ਹੈ ਨਾ ਇਹ ਪੂਰੀ ਹੋ ਚੁੱਕੀ ਹੈ। ਇਹਦੇ ਨਾਲ ਹੀ ਇੱਕ ਕਨਸੈਪਟ ਹੋਰ ਜੁੜਿਆ ਹੋਇਆ ਹੈ ਸੈਂਟਰ ਐਂਡ ਸਟੇਟ ਰਿਲੇਸ਼ਨ, ਇਹ ਵੀ ਆਪਾਂ ਕੱਲ ਕੰਪਲੀਟ ਕਰ ਲਿਆ ਹੈ। ਇਹ ਥਿਊਰੀ ਵਾਲੀ ਕਲਾਸ ਤੁਸੀਂ ਗਰੁੱਪ ਦੇ ਵਿੱਚ ਜਾ ਕੇ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਇਹ ਸਾਰਿਆਂ ਦੀ ਜਿਹੜੀ ਕਲਾਸ PDF ਵੀ ਮਿਲ ਜਾਵੇਗੀ ਅਤੇ ਨਾਲ ਹੀ ਥਿਊਰੀ ਦੀ ਜਿਹੜੀ ਕਲਾਸ ਹੈ ਉਹ ਵੀ ਤੁਸੀਂ ਨੋਟ ਕਰ ਸਕੋਗੇ। ਠੀਕ ਹੈ ਜੀ। ਸੋ ਇਹ ਜ਼ਰੂਰ ਦੇਖ ਲਿਓ ਜਿਨ੍ਹਾਂ ਨੇ ਸਟੂਡੈਂਟਸ ਨੇ ਹਾਲੇ ਤੱਕ ਨਹੀਂ ਦੇਖੀ ਹੈਗੀ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਰਹੇਗਾ ਜੀ ਅੱਜ ਦਾ। ਸੋ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਦਾ ਕੀ ਮਤਲਬ ਹੋਵੇਗਾ? ਸੋ ਆਪਸ਼ਨ 1 ਹੈ ਕੇਂਦਰੀ ਸਹਾਇਤਾ ਦਾ ਕਾਫੀ ਵੱਡਾ ਪ੍ਰਤੀਸ਼ਤ ਜਿਹੜਾ ਭਾਗ ਹੈ ਉਹ ਗ੍ਰਾਂਟਾਂ ਦੀ ਸਹਾਇਤਾ ਵਜੋਂ ਦਿੱਤਾ ਜਾਵੇਗਾ। ਦੂਸਰਾ ਕੁੱਲ ਸਹਾਇਤਾ ਦੇ ਪ੍ਰਤੀਸ਼ਤਾਂ ਵਜੋਂ ਕਰਜ਼ੇ ਦੀ ਜਿਹੜੀ ਹੱਦ ਹੈ ਉਹ ਘੱਟ ਹੋਵੇਗੀ। ਤੀਸਰਾ ਹੈ ਜੀ ਚਾਲੂ ਖਾਤਾ ਬਜਟ ਘਾਟਾ ਕੇਂਦਰ ਸਰਕਾਰ ਦੁਆਰਾ ਪੂਰਾ ਕੀਤਾ ਜਾਵੇਗਾ। ਅਤੇ ਆਪਸ਼ਨ 4 ਹੈ ਜੀ A ਔਰ B ਆਪਸ਼ਨ। ਸੋ ਵਿਸ਼ੇਸ਼ ਰਾਜ ਦਾ ਦਰਜਾ ਹੁੰਦਾ ਹੈ ਕਿ ਬਾਕੀ ਦੇ ਸਾਰੇ ਰਾਜਾਂ ਦੇ ਨਾਲੋਂ ਇੱਕ ਵੱਖਰੀ ਜਿਹੜੀ ਕਹਿ ਸਕਦੇ ਹਾਂ ਨਾ ਪਹਿਚਾਣ ਹੋਣੀ। ਅਤੇ ਵੱਖਰੀ ਪਹਿਚਾਣ ਸਾਡੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੰਮੂ ਐਂਡ ਕਸ਼ਮੀਰ ਦੀ ਸੀਗੀ। ਹੁਣ ਇਹ ਖਤਮ ਕਰ ਚੁੱਕੇ ਹਾਂ, ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹੈਗੇ ਹਨ। ਸੋ ਜੰਮੂ ਕਸ਼ਮੀਰ ਜਿਹੜਾ ਹੈ ਉਹ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਸੀ। ਆਰਟੀਕਲ 370 ਦੇ ਵਿੱਚ ਇਸ ਬਾਰੇ ਦੱਸਿਆ ਗਿਆ ਸੀ ਕਿ ਇਹਦਾ ਇੱਕ ਵੱਖਰਾ ਸੰਵਿਧਾਨ ਹੋਵੇਗਾ, ਇਹਦੀ ਨਾਗਰਿਕਤਾ ਅਲੱਗ ਤੋਂ ਹੋਵੇਗੀ, ਇਹਨੂੰ ਵਿਸ਼ੇਸ਼ ਜਿਹੜੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਹਨ। ਸੋ ਜਿਹੜੀ ਭਾਰਤ ਸਰਕਾਰ ਇਹਦੇ ਵਿੱਚ ਇੰਟਰਫੇਅਰ ਜਿਹੜੀ ਉਹ ਘੱਟ ਕਰਦੀ ਸੀਗੀ। ਸੋ ਇਹੀ ਚੀਜ਼ ਸੀਗੀ ਇਹਨਾਂ ਦੀ ਜਿਹੜੀ ਵਿਸ਼ੇਸ਼ ਰਾਜ ਦੇ ਦਰਜੇ ਦੀ ਆਰਟੀਕਲ 370 ਦੇ ਵਿੱਚ। ਅਤੇ ਵਿਸ਼ੇਸ਼ ਦਰਜਾ ਜਿਹੜਾ ਹੈ ਇਹ ਜੰਮੂ ਕਸ਼ਮੀਰ ਨੂੰ ਸੀ। ਇਹਦੇ ਵਿੱਚ ਕੀ ਸ਼ਾਮਲ ਹੁੰਦਾ ਹੈ? ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਹੈ ਇਹਦਾ ਮਤਲਬ ਕੀ ਹੁੰਦਾ ਹੈ? ਸੋ ਇਹਦਾ ਮਤਲਬ ਹੁੰਦਾ ਹੈ ਕੇਂਦਰੀ ਸਹਾਇਤਾ ਦਾ ਕਾਫੀ ਵੱਡਾ ਪ੍ਰਤੀਸ਼ਤ ਜਿਹੜਾ ਗ੍ਰਾਂਟਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਦਿੱਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਕੁੱਲ ਸਹਾਇਤਾ ਦੇ ਪ੍ਰਤੀਸ਼ਤਾਂ ਦੇ ਵਜੋਂ ਕਰਜ਼ੇ ਦੀ ਜਿਹੜੀ ਹੱਦ ਹੈ ਉਹ ਵੀ ਘੱਟ ਹੁੰਦੀ ਹੈ। ਸੋ ਇਹ ਖਾਸ ਜਿਹੜੀਆਂ ਰਾਇਤਾਂ ਜਾਂ ਕੁਝ ਖਾਸ ਫੈਸਿਲਿਟੀਜ਼ ਜਿਹੜੀਆਂ ਨੇ ਇਹ ਵਿਸ਼ੇਸ਼ ਦਰਜੇ ਵਾਲੇ ਰਾਜ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਜਿਹਨੂੰ ਵਿਸ਼ੇਸ਼ ਜਿਹੜੇ ਟਾਈਪ ਦਾ ਦਰਜਾ ਦਿੱਤਾ ਹੁੰਦਾ ਹੈ। ਨੈਕਸਟ ਹੈ ਜੀ ਕਿਹੜੇ ਕਮਿਸ਼ਨ ਨੇ ਇਹ ਸਿਫਾਰਿਸ਼ਾਂ ਕੀਤੀਆਂ ਕਿ ਜਿਨ੍ਹਾਂ ਨੇ ਪੰਜਾਬ ਪੁਨਰਗਠਨ ਐਕਟ ਦਾ ਆਧਾਰ ਬਣਾਇਆ ਤੇ ਜਿਸ ਨੇ ਪੰਜਾਬ ਰਾਜ ਤੇ ਹਰਿਆਣਾ ਰਾਜ ਬਣਾਏ? ਸੋ ਇਹ ਕਿਸ ਦੇ ਦੁਆਰਾ ਕਹਿ ਸਕਦੇ ਹਾਂ ਸ਼ੁਰੂਆਤ ਕੀਤੀ ਗਈ? ਆਪਸ਼ਨ 1 ਹੈ ਧਾਰ ਕਮਿਸ਼ਨ, ਦੂਸਰਾ ਹੈ ਦਾਸ ਕਮਿਸ਼ਨ, ਆਪਸ਼ਨ 3 ਹੈ ਸ਼ਾਹ ਕਮਿਸ਼ਨ ਅਤੇ ਆਪਸ਼ਨ 4 ਹੈ ਮਹਾਜਨ ਕਮਿਸ਼ਨ। ਸੋ ਪੰਜਾਬ ਤੇ ਹਰਿਆਣੇ ਦੀ ਜਿਹੜੀ ਵੰਡ ਹੋਈ ਹੈ, ਠੀਕ ਹੈ, ਸੋ ਇਹ ਕਦੋਂ ਹੋਈ, ਕਿਸ ਤਰੀਕੇ ਦੇ ਨਾਲ ਹੋਈ, ਕਿਹੜਾ ਕਮਿਸ਼ਨ ਇਸ ਦੇ ਲਈ ਰਿਸਪੌਂਸੀਬਲ ਸੀ? ਇਹਦਾ ਰਾਈਟ ਆਨਸਰ ਹੈ ਜੀ ਸ਼ਾਹ ਕਮਿਸ਼ਨ। ਸੋ ਸ਼ਾਹ ਕਮਿਸ਼ਨ ਦੇ ਅਧੀਨ ਜਿਹੜਾ ਹੈਗਾ ਸਕਦੇ ਹਾਂ ਸਾਡਾ ਪੰਜਾਬ ਅਤੇ ਹਰਿਆਣਾ ਜਿਹੜਾ ਹੈ ਇਹ ਹੋਂਦ ਦੇ ਵਿੱਚ ਆਇਆ ਹੈ। ਠੀਕ ਹੈ, ਹਰਿਆਣਾ ਨਹੀਂ ਸੀਗਾ, ਹਰਿਆਣੇ ਨੂੰ ਕੁਝ ਹਿੱਸਾ ਪੰਜਾਬ ਦਾ ਦੇ ਦਿੱਤਾ ਤੇ ਕੁਝ ਹਿੱਸਾ ਜਿਹੜਾ ਹੈ ਉਹ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਸੀਗਾ। ਠੀਕ ਹੈ, ਸੋ ਇਹ ਪੰਜਾਬ ਜਿਹੜਾ ਬਣਾਇਆ ਗਿਆ ਸੀਗਾ, ਨਵਾਂ ਪੰਜਾਬ ਸਾਡਾ ਜਿਹੜਾ ਸ਼ਾਹ ਕਮਿਸ਼ਨ ਦੇ ਅਧੀਨ ਬਣਾਇਆ ਗਿਆ ਸੀ, ਇਹ 1 ਨਵੰਬਰ 1966 ਨੂੰ ਬਣਾਇਆ ਗਿਆ ਸੀ ਜਿਸ ਨੂੰ ਅਸੀਂ ਪੰਜਾਬ ਦਿਵਸ ਦੇ ਨਾਮ ਨਾਲ ਜਿਹੜਾ ਪ੍ਰੈਜ਼ੈਂਟ ਕਰਦੇ ਹਾਂ, ਪੰਜਾਬ ਡੇ ਦੇ ਨਾਲ। ਠੀਕ ਹੈ, ਇਸ ਦਿਨ ਜਿਹੜਾ ਬਣਾਇਆ ਗਿਆ ਸੀ ਇਹ ਸ਼ਾਹ ਕਮਿਸ਼ਨ ਨੇ ਬਣਾਇਆ ਸੀਗਾ। ਸ਼ਾਹ ਕਮਿਸ਼ਨ ਦੇ ਜਿਹੜੇ ਪ੍ਰਮੁੱਖ ਕਹਿ ਸਕਦੇ ਹਾਂ
ਲੀਡਰ ਮੰਨੇ ਜਾਂਦੇ ਆ, ਜਿਨ੍ਹਾਂ ਦੇ ਸਹਿਯੋਗ ਸਦਕਾ ਜਿਹੜਾ ਕਹਿ ਸਕਦੇ ਹਨ ਇਹ ਹੋਂਦ ਦੇ ਵਿੱਚ ਆਇਆ ਸਾਡਾ ਪੰਜਾਬ। ਇਹਨਾਂ ਦਾ ਨਾਮ ਸੀਗਾ ਜੀ, ਪ੍ਰਮੁੱਖ ਤੌਰ ਤੇ ਯਾਦ ਕਰ ਲਿਓ, ਸਾਹ ਕਮਿਸ਼ਨ ਦੇ ਨਾਲ ਜੁੜੇ ਹੋਏ ਬੰਦੇ ਜਿਹੜੇ ਆ ਪੰਜਾਬ ਦੇ, ਜਿਹਦੇ ਵਿੱਚ ਮਾਸਟਰ ਤਾਰਾ ਸਿੰਘ, ਦੂਸਰੇ ਸੀਗੇ ਜੀ ਐਸ ਦੱਤ। ਓਕੇ, ਇਹ ਦੋ ਵਿਅਕਤੀ ਸੀਗੇ ਜਿਹੜੇ ਕਿ 1947 ਤੋਂ ਬਾਅਦ ਹੀ ਕੋਸ਼ਿਸ਼ ਕਰਦੇ ਆ ਰਹੇ ਸੀਗੇ ਹਨ ਕਿ ਪੰਜਾਬ ਵੱਖਰਾ ਹੋਣਾ ਚਾਹੀਦਾ, ਪੰਜਾਬ ਦਾ ਜਿਹੜਾ ਭਾਸ਼ਾ ਦੇ ਆਧਾਰ ਤੇ ਅਲੱਗ ਤੋਂ ਸਿਸਟਮ ਹੋਣਾ ਚਾਹੀਦਾ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਿਹੜਾ ਕਹਿ ਸਕਦੇ ਹਾਂ ਸਾਡਾ ਪੰਜਾਬ ਹੋਂਦ ਦੇ ਵਿੱਚ ਆਉਂਦਾ ਹੈ 1 ਨਵੰਬਰ 1966 ਨੂੰ। ਓਕੇ, ਬਟ ਇੱਥੇ ਧਿਆਨ ਰੱਖਣਾ ਕਿ ਜਿਹੜਾ ਸ਼ਾਹ ਕਮਿਸ਼ਨ ਹੈ ਇਹਦਾ ਜਿਹੜਾ ਚੇਅਰਮੈਨ ਸੀਗਾ, ਧਿਆਨ ਨਾਲ ਨੋਟ ਕਰ ਲਿਓ, ਠੀਕ ਹੈ ਨਾ ਸਾਰੀਆਂ ਚੀਜ਼ਾਂ ਨੂੰ, ਇਹਦਾ ਜਿਹੜਾ ਚੇਅਰਮੈਨ ਸੀਗਾ ਉਹ ਹੋਰ ਸੀਗਾ, ਉਹਦਾ ਨਾਮ ਸੀਗਾ ਜਸਟਿਸ, ਸੁਪਰੀਮ ਕੋਰਟ ਦਾ ਜਿਹੜਾ ਜੱਜ ਸੀਗਾ ਇਹ, ਠੀਕ ਹੈ, ਜਸਟਿਸ ਸੀਗਾ ਇਹਦਾ ਨਾਮ, ਜਸਟਿਸ ਸੀਗਾ ਜੀ ਜੇ ਸੀ ਸ਼ਾਹ। ਓਕੇ, ਜੇ ਸੀ ਸ਼ਾਹ, ਇਹਦੇ ਨਾਮ ਦੇ ਉੱਪਰ ਇਸ ਕਮਿਸ਼ਨ ਦਾ ਨਾਮ ਪਿਆ ਸੀ ਅਤੇ ਇਹ ਇੱਕ ਕਹਿ ਸਕਦੇ ਨਾ ਕਮਿਸ਼ਨ ਸੀ ਜਿਹਦੇ ਕਾਰਨ ਕਰਕੇ ਸਾਡਾ ਪੰਜਾਬ ਹੋਂਦ ਦੇ ਵਿੱਚ ਆਇਆ ਸੀਗਾ। ਠੀਕ ਹੈ, ਇਹਦੇ ਨਾਲ ਜੁੜੇ ਹੋਏ ਨੇ ਦੋ ਬੰਦੇ ਸਾਡੇ, ਮਾਸਟਰ ਤਾਰਾ ਸਿੰਘ ਤੇ ਐਸ ਦੱਤ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਹ ਕਮਿਸ਼ਨ ਜਿਹੜਾ ਹੋਂਦ ਦੇ ਵਿੱਚ ਆਇਆ ਸੀ। ਸ਼ਾਹ ਕਮਿਸ਼ਨ ਨੇ ਜਿਹੜਾ ਸਾਡਾ ਪੰਜਾਬ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀ। ਓਕੇ, ਧਿਆਨ ਰੱਖਣਾ ਹੈ ਕਿ ਸਾਡੇ ਪੰਜਾਬ ਨੂੰ ਬਣਾਉਣ ਦੇ ਲਈ ਸ਼ਾਹ ਕਮਿਸ਼ਨ ਦੇ ਅਧੀਨ ਜਿਹੜਾ ਇੱਕ ਕਮੇਟੀ ਬਣਾਈ ਗਈ ਸੀਗੀ, ਜਿਹੜੀ ਕਿ 23 ਸਤੰਬਰ 1965 ਨੂੰ ਬਣਾਈ ਗਈ ਸੀਗੀ ਕਮੇਟੀ। ਓਕੇ, ਧਿਆਨ ਨਾਲ ਨੋਟ ਕਰ ਲਿਓ ਸਾਰੀਆਂ ਚੀਜ਼ਾਂ ਨੂੰ ਬਈ। ਅਤੇ ਇਹ ਕਮੇਟੀ ਨੇ ਜਿਹੜਾ ਕਹਿੰਦੇ ਆ 23 ਅਪ੍ਰੈਲ 1965 ਦੇ ਵਿੱਚ ਜਿਹੜਾ ਕਹਿ ਸਕਦੇ ਆ ਰეკਮੈਂਡੇਸ਼ਨ ਕੀਤੀਆਂ ਸੀਗੀਆਂ, ਸਿਫਾਰਿਸ਼ਾਂ ਕੀਤੀਆਂ ਸੀਗੀਆਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਇਹ ਚੇਂਜਸ ਹੋਣੀਆਂ ਚਾਹੀਦੀਆਂ ਸੀਗੀਆਂ ਜਾਂ ਪੰਜਾਬ ਇਸ ਤਰ੍ਹਾਂ ਦੇ। ਤੇ ਇਹ ਧਿਆਨ ਰੱਖਣਾ, ਇਹ ਰეკਮੈਂਡੇਸ਼ਨ ਜਿਹੜੀਆਂ ਇਹ ਕਿਸ ਨੇ ਕੀਤੀਆਂ ਸੀ, ਕਿਹੜੀ ਕਮੇਟੀ ਸੀ, ਇਹ ਜ਼ਰੂਰ ਯਾਦ ਰੱਖਣਾ। ਇਸ ਕਮੇਟੀ ਦਾ ਨਾਮ ਸੀ ਦਾ ਹੁਕਮ ਸਿੰਘ ਕਮੇਟੀ। ਓਕੇ, ਇਸ ਕਮੇਟੀ ਨੇ ਜਿਹੜੀਆਂ ਇਹ ਸਿਫਾਰਿਸ਼ਾਂ ਕੀਤੀਆਂ ਸੀਗੀਆਂ ਵੀ ਪੰਜਾਬ ਜਿਹੜਾ ਹੈ ਹੋਂਦ ਦੇ ਵਿੱਚ ਹੋਣਾ ਚਾਹੀਦਾ ਹੈ। ਫਿਰ ਉਹਦੇ ਲਈ ਸ਼ਾਹ ਕਮਿਸ਼ਨ ਸੀ, ਇਸ ਨੇ ਜਿਹੜਾ ਹੈ ਪੰਜਾਬ ਨੂੰ ਬਣਾਇਆ ਸੀ ਤੇ ਇਹਦੇ ਨਾਲ ਸੰਬੰਧ ਸੀ ਮਾਸਟਰ ਤਾਰਾ ਸਿੰਘ ਤੇ ਐਸ ਦੱਤ। ਵੈਰੀ ਵੈਰੀ ਇੰਪੋਰਟੈਂਟ। ਤੇ ਫਿਰ ਇਸੇ ਕਾਰਨ ਕਰਕੇ ਹੀ 1 ਨਵੰਬਰ 1966 ਨੂੰ ਸਾਡਾ ਪੰਜਾਬ ਹੋਂਦ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ, ਸੋ ਇਹ ਸੀਗਾ ਸਾਡਾ ਸ਼ਾਹ ਕਮਿਸ਼ਨ ਜਿਹਦੇ ਕਾਰਨ ਕਰਕੇ ਸਾਡਾ ਪੰਜਾਬ ਹੋਂਦ ਦੇ ਵਿੱਚ ਹੈ। ਬਟ ਆਪਾਂ ਬਾਕੀ ਦੇ ਕਮਿਸ਼ਨਾਂ ਤੇ ਵੀ ਥੋੜੀ ਨਜ਼ਰ ਮਾਰ ਲਈਏ ਕਿ ਇਹਨਾਂ ਦੇ ਵਿੱਚ ਕੀ ਹੈ। ਧਾਰ ਕਮਿਸ਼ਨ ਜਿਹੜਾ ਹੈ ਇਹ ਬਣਾਇਆ ਗਿਆ ਸੀਗਾ ਜੀ 17 ਜੂਨ 1948 ਨੂੰ। ਇਸ ਨੂੰ ਬਣਾਇਆ ਸੀਗਾ ਜੀ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ। ਠੀਕ ਹੈ, ਡਾਕਟਰ ਰਾਜਿੰਦਰ ਪ੍ਰਸਾਦ ਇਸ ਨੇ ਬਣਾਇਆ ਸੀ ਅਤੇ ਇਹਨਾਂ ਦੇ ਇਸ ਕਮਿਸ਼ਨ ਬਣਾਉਣ ਦਾ ਉਦੇਸ਼ ਇਹ ਸੀਗਾ ਕਿ ਸਾਡੇ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਪਰ ਰਾਜਾਂ ਦੀ ਵੰਡ ਕੀਤੀ ਜਾ ਸਕਦੀ ਹੈ ਜਾਂ ਨਹੀਂ। ਠੀਕ ਹੈ, ਇਹ ਦੋਨੋਂ ਚੀਜ਼ਾਂ ਦੀ ਜਿਹੜੀ ਗੱਲ ਕਰਨ ਦੇ ਲਈ ਇਹ ਕਮਿਸ਼ਨ ਬਣਾਇਆ ਗਿਆ ਸੀ ਤਾਂ ਕਿ ਇਹ ਅਸੀਂ ਆਇਡੈਂਟੀਫਾਈ ਕਰ ਸਕੀਏ ਕਿ ਸਾਡੇ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਅਸੀਂ ਰਾਜਾਂ ਨੂੰ ਵੰਡ ਵੀ ਸਕਦੇ ਹਾਂ ਜਾਂ ਨਹੀਂ। ਇਸ ਨੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਸੀ। ਇਹ ਡਾਕਟਰ ਰਾਜਿੰਦਰ ਪ੍ਰਸਾਦ ਦੇ ਦੁਆਰਾ ਬਣਾਇਆ ਗਿਆ ਸੀ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀਗੇ, ਪ੍ਰੈਜ਼ੀਡੈਂਟ ਸੀਗੇ। ਓਕੇ, ਧਿਆਨ ਨਾਲ ਨੋਟ ਕਰ ਲੈਣਾ। ਨੈਕਸਟ ਹੈ ਦਾਸ ਕਮਿਸ਼ਨ, ਇਹ ਵੀ ਨੋਟ ਕਰ ਲਿਓ। ਸੋ ਦਾਸ ਕਮਿਸ਼ਨ ਜਿਹੜਾ ਹੈ ਇਸ ਨੂੰ ਬਣਾਇਆ ਸੀਗਾ ਜੀ ਜਸਟਿਸ HN ਨਾਗਾ ਮੋਹਨ ਦਾਸ ਜਿਹੜਾ ਹੈ ਇਸ ਨੇ ਬਣਾਇਆ ਸੀਗਾ ਅਤੇ ਇਸ ਕਮਿਸ਼ਨ ਨੂੰ ਜਿਹੜਾ ਬਣਾਉਣ ਦਾ ਮੁੱਖ ਉਦੇਸ਼ ਸੀ ਇਹ ਸੀ ਰਿਜ਼ਰਵੇਸ਼ਨ। ਠੀਕ ਹੈ, ਰਿਜ਼ਰਵੇਸ਼ਨ ਦਾ ਜਿਹੜਾ ਮੁੱਖ ਉਦੇਸ਼ ਸੀਗਾ ਤੇ ਰਿਜ਼ਰਵੇਸ਼ਨ ਕਰਨ ਦੀ ਜਿਹੜੀ ਗੱਲ ਕੀਤੀ ਸੀ ਉਹ SC ਜਾਂ ST ਕਾਸਟ ਦੇ ਲਈ ਸੀਗਾ ਕਿ ਇਹਨਾਂ ਦੀ ਜਿਹੜੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਉਸ ਲਈ ਇਹ ਦਾਸ ਕਮਿਸ਼ਨ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਗਿਆ ਸੀ। ਔਰ ਤੀਸਰਾ ਲਾਸਟ ਹੈ ਜੀ ਇਹਦੇ ਵਿੱਚ ਮਹਾਜਨ। ਸੋ ਮਹਾਜਨ ਜਿਹੜਾ ਕਮਿਸ਼ਨ ਹੈ ਜੀ ਇਹ ਬਣਾਇਆ ਗਿਆ ਸੀਗਾ 25 ਅਕਤੂਬਰ 1966 ਨੂੰ। ਓਕੇ, ਅਤੇ ਇਸ ਦਾ ਜਿਹੜਾ ਮੁੱਖ ਚੇਅਰਮੈਨ ਸੀਗਾ, ਮਤਲਬ ਜਿਹਨੇ ਇਹ ਚਲਾਇਆ ਸਿਸਟਮ, ਇਹਦਾ ਨਾਮ ਸੀਗਾ ਜੀ ਸੈਨਾਪਤੀ ਬਾਪਟ। ਇਸ ਬੰਦੇ ਨੇ ਇਸ ਨੂੰ ਸ਼ੁਰੂ ਕੀਤਾ ਸੀਗਾ ਅਤੇ ਇਸ ਨੂੰ ਸ਼ੁਰੂ ਕਰਨ ਦੇ ਲਈ ਇਹਨੇ ਭੁੱਖ ਹੜਤਾਲ ਦਾ ਜਿਹੜਾ ਸਿਸਟਮ ਉਹ ਲਾਗੂ ਕੀਤਾ ਸੀ। ਭੁੱਖ ਹੜਤਾਲ ਕੀਤੀ ਸੀਗੀ। ਓਕੇ, ਭੁੱਖ ਹੜਤਾਲ ਕੀਤੀ ਸੀਗੀ ਅਤੇ ਇਹ ਸੈਨਾਪਤੀ ਸੀ ਜਿਹੜਾ ਇਹ ਮਹਾਰਾਸ਼ਟਰ ਦੇ ਨਾਲ ਸੰਬੰਧ ਰੱਖਦਾ ਹੈ।
ओके, महाराष्ट्र के नाल संबंध रखता है। अते इस महाजन कमिशन इस करके बनाया गया सी क्योंकि इन्हें भुख हड़ताल करती सी ते ये चाहुंदा सीगा कि जिहड़ा सरहदी खेत्र है, सरहदी खेत्र जिहड़ा है, सरहदी विवाद जिहड़ा है उसका हल किया जाए। ये इहदा मुख जिहड़ी कह सकते हैं उद्देश सीगा भुख हड़ताल करना। सैनापति बापट इहदा नाम सीगा, ध्यान नाल नोट कर लिओ। नैक्सट चलते हाँ जी 23 नंबर, इन्हां विचों किहड़े राज नूं कैपीटल रीजन प्लानिंग कौंसल दे विच शामिल नहीं किया गया। ऑप्शन 1 है राजस्थान, ऑप्शन 2 है हरियाणा, ऑप्शन 3 है जी उत्तर प्रदेश और ऑप्शन 4 है जी मध्य प्रदेश। सो कैपीटल रीजन प्लानिंग कमिशन कौंसल जिहड़ी है ये बनाई गई सी जी 1985 दे विच। ये वो खेत्र सीगा जिहड़ा साडी दिल्ली दे नाल लगदा होया खेत्र है, ठीक है, नैशनल कैपीटल दे नाल लगदा है जिहड़ा खेत्र, ਉਹਦੇ ਨਾਲ ਜਿਹੜੇ ਖੇਤਰ ਲੱਗਦੇ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਬਟ ਜਿਹੜੇ ਇਹਦੇ ਨਾਲ ਨਹੀਂ ਲੱਗਦੇ ਸੀ ਉਹਨਾਂ ਨੂੰ ਇਸ ਤੋਂ ਬਾਹਰ ਕੀਤਾ ਗਿਆ ਸੀ, ਠੀਕ ਹੈ। ਤਾਂ 1985 ਦੇ ਵਿੱਚ ਸੀ, ਇਹਦੇ ਵਿੱਚ 3 ਹੀ ਪ੍ਰਮੁੱਖ ਸੀਗੇ, ਇੱਕ ਤਾਂ ਰਾਜਸਥਾਨ, ਇੱਕ ਹਰਿਆਣਾ ਅਤੇ ਇੱਕ ਉੱਤਰ ਪ੍ਰਦੇਸ਼। ਇਹਨਾਂ 3 ਨੂੰ ਜਿਹੜਾ ਹੈ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਸੀਗਾ, ਜਿਹੜਾ ਕਿ CRPC ਇਹਦੇ ਅਧੀਨ ਆਉਂਦਾ ਸੀ, ਯਾਨੀ ਕਿ कैपीटल रीजनिंग प्लैनिंग कौंसल। ये दिल्ली के अधीन आता सी, इत्थे यह व्यवस्था की गई सी, बट मध्य प्रदेश दे विच शामिल नहीं किया गया सी। इहदा प्रमुख काम की सी कि दिल्ली के नाल लगदा जिहड़ा खेत्र है जिहदे विच राजस्थान हरियाणा ते उत्तर प्रदेश है, कुछ खेत्र उहदा जिहड़ा विकास करन दी जिम्मेवारी, डिवेलपमेंट करन दी जिहड़ी खास जिम्मेवारी है वो दिल्ली दी सीगी, ताकि वो दिल्ली दे विच अटैच करके उस दे विच वाधा कर सकन। नैक्सट है जी 24 नंबर, भारत के किहड़े राज दे विच एकसार सिविल कोड है। सो ऑप्शन 1 है जी मेघालय दे विच, ऑप्शन 2 है केरल दे विच, ऑप्शन 3 है जी हरियाणा दे विच अते ऑप्शन 4 है गोवा दे विच। सो सिविल कोड का मतलब है कि इक्को जिहा ढांचा दे देना, यूनीफाइड जिहड़ा कह सकते हैं ना, यूनीफाई जिहड़ा सिविल कोड है कि सारिਆਂ ਨੂੰ ਇੱਕੋ ਜਿਹਾ ढांचा देना। इन्हां दे विचों किहड़े राज दे विच है। सो ये एक राज है भारत दे विच, इहदा नाम है जी गोवा। गोवा दे विच जिहड़ा कह सकते हैं कि सिविल कोड जिहड़ा है वो लागू है जी, यूनीफाइड जिहड़ा कह सकते हैं ना एकात्मक एकसार जिन्होंने आप पंजाबी कह दें हाँ, सिविल कोड जिहड़ा है ये लागू है कि इक्को जिहा जिहड़ा कह सकते ना विकास करना, इक्को जिहा ढांचा देना, ये गोवा दे विच है। क्योंकि गोवा जिहड़ा है 1961 तक जिहड़ा है पुर्तगालियां दे अधीन रहा सी ते 1961 दे विच इसनूं आज़ाद कराया सी, इस कारण करके इहदे विच इक्को जिहा सिविल कोड लाउण दी जिहड़ी जरूरत पई सीगी। नैक्सट है जी 25 नंबर, भारत के किहड़े राज ने सब तो वध उप प्रधान मंत्री साडे भारत नूं प्रोवाइड कीते ने। ऑप्शन 1 है महाराष्ट्र, ऑप्शन 2 है उत्तर प्रदेश, ऑप्शन 3 है बिहार अते ऑप्शन 4 है गुजरात। सो भारत दे विच सब तो वध उप प्रधान मंत्री जिहड़े प्रोवाइड किए गए ने जी, उस राज का नाम है जी गुजरात। गुजरात दे विचों सब तो वध जिहड़े कह सकते हैगे उप प्रधान मंत्री जिहड़े कह सकते हैं डिप्टी प्राइम मिनिस्टर जिहड़े है ना वो चूज किए गए हैगे नेगे, इत्थों ही सब तो वध बने हुए हैगे। ओके, ध्यान नाल नोट कर लेना ये भी। नैक्सट है जी शक्तियां की वंड का सिद्धांत है। ऑप्शन 1 है सरकार का एकात्मक रूप, ऑप्शन 2 है सरकार का संघी रूप, ऑप्शन 3 है सरकार का समाजवादी रूप और ऑप्शन 4 है सरकार का गणतंत्री रूप। जो असीं शक्तियां की वंड की गल करते हैं तो वंड की जी गल आती है ये फेडरलिज्म के आती हैगी। ओके, संघात्मक शासन के प्रणाली दे विच ये फेडरलिज्म के आती हैगी। तो फेडरलिज्म का जिहड़ा स्ट्रक्चर है ये असीं लेता है, फेडरलिज्म स्ट्रक्चर जिहड़ा है ये असीं लेता है जी, स्ट्रक्चर लेता है जी असीं USA तो, ध्यान नाल सुन लेना भी आ पॉइंट भी। अते कई बार क्वेश्चन ये भी आता है कि क्वासी फेडरलिज्म जिहड़ा कंसैप्ट है ये असीं किहड़े देश तो लिया है, ये असीं लेता है कैनेडा दे विचों, ठीक है। इत्थे जो फेडरलिज्म की गल करांगे तो यदा मतलब है कि शक्तियां की वंड करना। ओके, शक्तियां की वंड करना किहदे किहदे विच जी, एक सेंटर दे विच ते दूसरा स्टेट दे विच, राज अते केंद्र सरकार दे विच शक्तियां की वंड करन असीं फेडरलिज्म कहने हैगे। अते यही कंसैप्ट असीं फिर USA तो लैता होया है। इहदे अधीन हुण असीं गल कीती है शक्तियां की वंड, तो शक्तियां की वंड का जिहड़ा सिद्धांत है ये फिर सरकार के संघी रूप दे विच आउंदा है। संघी का मतलब है कि संघात्मक। ओके, संघात्मक फेडरलिज्म जिहड़ा है ये इनकलूड होंदा है, इस करके असीं बी आंसर नूं सही लावांगे, ठीक है। जे कई बार क्वासी फेडरलिज्म पुछ लैण इहदा मतलब ये हुंदा है कि शक्तियां की वंड तां जरूर हुई है, शक्तियां की वंड तां जरूर हुई हैगी किहदे विच जी, सेंटर दे विच अते स्टेट दे विच, दोनों दे विच शक्तियां की वंड है, बट पावरफुल कौन हुंदा है जी, सेंटर। इत्थे बस ये चीज़ ध्यान रखनी है, इन्हां दोनों दे विच यही मेन फर्क है,
ठीक है। ਜਿਹੜਾ ਫੈਡਰਲਿਜ਼ਮ ਹੈ ਇਹ USA ਤੋਂ ਲੈਤਾ ਹੈ ਅਤੇ ਕੁਆਸੀ ਫੈਡਰਲਿਜ਼ਮ ਜਿਹੜਾ ਹੈ ਇਹ ਅਸੀਂ ਲੈਤਾ ਹੈ ਕੈਨੇਡਾ ਤੋਂ। ਦੋਨੋਂ ਚੀਜ਼ਾਂ ਨੂੰ ਯਾਦ ਰੱਖਣਾ ਬਈ। ਨੈਕਸਟ ਹੈ ਜੀ ਸੰਵਿਧਾਨ ਦੀ ਧਾਰਾ 370 ਰਾਜ ਤੇ ਲਾਗੂ ਹੁੰਦੀ ਹੈ। ਆਪਸ਼ਨ 1 ਹੈ ਨਾਗਾਲੈਂਡ, ਆਪਸ਼ਨ 2 ਹੈ ਮਿਜ਼ੋਰਮ, ਆਪਸ਼ਨ 3 ਹੈ ਮਨੀਪੁਰ ਅਤੇ ਆਪਸ਼ਨ 4 ਹੈ ਜੰਮੂ ਐਂਡ ਕਸ਼ਮੀਰ। ਸੰਵਿਧਾਨ ਦੀ ਧਾਰਾ 370 ਜਿਹੜੀ ਹੈ ਇਹ ਲਾਗੂ ਹੁੰਦੀ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ। ਇਸ ਦੇ ਅਧੀਨ ਜਿਹੜਾ ਜੰਮੂ ਕਸ਼ਮੀਰ ਹੈ ਉਹਨੂੰ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਦਿੱਤਾ ਗਿਆ ਸੀ। ਠੀਕ ਹੈ, ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਸੀ। ਉਹਦਾ ਵਿਸ਼ੇਸ਼ ਅਲੱਗ ਤੋਂ ਜਿਹੜਾ ਕਹਿ ਸਕਦੇ ਹਾਂ ਸੰਵਿਧਾਨ ਸੀਗਾ। ਇਸ ਤੋਂ ਇਲਾਵਾ ਇਹਨੂੰ ਇੱਕ ਜਿਹੜੀ ਵੱਖਰੀ ਜਿਹੜੀ ਨਾਗਰਿਕਤਾ ਹੈ ਉਹ ਵੀ ਦਿੱਤੀ ਗਈ ਸੀ। ਮਤਲਬ ਕਿ ਜੰਮੂ ਕਸ਼ਮੀਰ ਦਾ ਜਿਹੜਾ ਕਹਿ ਸਕਦੇ ਹਾਂ ਅਲੱਗ ਤੋਂ ਨਾਗਰਿਕਤਾ ਲੈਣੀ ਪੈਂਦੀ ਸੀ ਤੇ ਭਾਰਤ ਦੀ ਜਿਹੜੀ ਹੈ ਅਲੱਗ ਤੋਂ ਨਾਗਰਿਕਤਾ। ਇੱਕੋ ਇੱਕ ਰਾਜ ਸੀ ਸਾਡੇ ਭਾਰਤ ਦਾ, ਬਟ ਹੁਣ ਇਹ 370 ਜਿਹੜਾ ਆਰਟੀਕਲ ਹੈ ਇਹ ਰਿਮੂਵ ਕਰ ਦਿੱਤਾ ਗਿਆ ਹੈ ਜੀ ਇਸ ਰਾਜ ਦੇ ਵਿੱਚੋਂ। ਹੁਣ ਇਹਨੂੰ ਜਿਹੜਾ ਸਾਡੇ ਭਾਰਤ ਦੇ ਵਿੱਚ ਹੀ ਸ਼ਾਮਲ ਕਰ ਲਿਆ ਹੈ। ਠੀਕ ਹੈ, ਇਹ ਕਦੋਂ ਕੀਤਾ ਜੀ 25 ਜਨਵਰੀ 2020 ਦੇ ਐਕਟ ਦੇ ਅਧੀਨ ਕੀਤਾ ਸੀਗਾ। ਠੀਕ ਹੈ, 104 ਨੰਬਰ ਸੋਧ ਦੇ ਅਧੀਨ ਜਿਹੜਾ ਹੈ ਇਹ ਆਰਟੀਕਲ ਇੱਥੋਂ ਖਤਮ ਕਰ ਦਿੱਤਾ ਸੀਗਾ, ਯਾਦ ਰੱਖਣਾ। ਔਰ ਜਿਸ ਨੇ ਖਤਮ ਕੀਤਾ ਸੀ ਉਹਦਾ ਨਾਮ ਵੀ ਨੋਟ ਕਰ ਲੈਣਾ ਜੀ, ਉਹਦਾ ਨਾਮ ਹੈ ਅਮਿਤ ਸ਼ਾਹ, ਗ੍ਰਹਿ ਮੰਤਰੀ ਸਾਡੇ। ਠੀਕ ਹੈ ਜੀ, ਅਮਿਤ ਸ਼ਾਹ ਦੇ ਦੁਆਰਾ ਇਸ ਨੂੰ ਰਿਮੂਵ ਕੀਤਾ ਗਿਆ ਸੀ। ਹੁਣ ਇਹਦੇ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਉਹ ਖਤਮ ਹੋ ਚੁੱਕਿਆ ਹੈ। ਹੁਣ ਇਹ ਭਾਰਤ ਦੇ ਵਿੱਚ ਹੀ ਸ਼ਾਮਲ ਹੈ, ਬਟ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਹੈ। ਉਹ ਵੀ ਦੋਨੇ ਭਾਗ ਕੀ ਬਣਾਏ ਗਏ ਨੇ ਜੀ ਯੂਨੀਅਨ ਟੈਰੀਟਰੀ, ਕੇਂਦਰ ਸ਼ਾਸਿਤ ਪ੍ਰਦੇਸ਼। ਇੱਕ ਹੈ ਜੰਮੂ ਐਂਡ ਕਸ਼ਮੀਰ ਤੇ ਦੂਸਰਾ ਹੈ ਜੀ ਲਦਾਖ। ਇਹਨਾਂ ਦੋ ਭਾਗਾਂ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਿੱਤਾ ਹੈ। ਨੈਕਸਟ ਹੈ ਜੀ 28 ਨੰਬਰ, ਭਾਰਤ ਦੇ ਸੰਵਿਧਾਨ ਦੀ ਕਿਹੜੀ ਧਾਰਾ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਹੈ? 324, 311, 370 ਤੇ 170। ਇਹ ਹੁਣੇ ਦੱਸਿਆ ਹੈ 370 ਨੰਬਰ ਆਰਟੀਕਲ ਜਿਹੜਾ ਹੈ ਉਹ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਦਿੰਦਾ ਹੈ। ਨੈਕਸਟ ਹੈ ਜੀ ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਪ੍ਰਤੀਨਿਧਤਾ ਦੇਣ ਵਾਲੇ ਦੋਵੇਂ ਰਾਜ ਯੂਪੀ ਤੋਂ ਇਲਾਵਾ ਕਿਹੜੇ ਹੈਗੇ ਨੇ? ਸੋ ਬਿਹਾਰ ਤੇ ਮੱਧ ਪ੍ਰਦੇਸ਼। ਬਿਹਾਰ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਤੇ ਰਾਜਸਥਾਨ। ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਜਿਹੜੇ ਸਥਾਨ ਨੇਗੇ ਪ੍ਰਤੀਨਿਧਤਾ ਜਿਹੜੀ ਦਿੱਤੀ ਜਾਂਦੀ ਹੈ ਜੀ ਇਹ ਹੈ ਜੀ ਯੂਪੀ ਦੀ, ਤੇ ਯੂਪੀ ਦੀਆਂ 80 ਸੀਟਾਂ ਨੇ ਜੀ ਲੋਕ ਸਭਾ ਦੇ ਵਿੱਚ, ਸਭ ਤੋਂ ਇੰਪੋਰਟੈਂਟ। ਓਕੇ, ਇਸੇ ਕਰਕੇ ਇਹ ਯੂਪੀ ਦੇ ਉੱਪਰ ਜਿਹੜਾ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਠੀਕ ਹੈ, ਇਹ ਸਭ ਤੋਂ ਪਹਿਲੇ ਸਥਾਨ ਤੇ ਆਉਂਦੀ ਹੈਗੀ ਆ। ਤੇ ਦੂਸਰਾ ਸਥਾਨ ਆਉਂਦਾ ਹੈ ਜੀ ਇਹਨਾਂ ਦੇ ਵਿੱਚੋਂ ਮਹਾਰਾਸ਼ਟਰ ਦਾ। ਓਕੇ, ਮਹਾਰਾਸ਼ਟਰ ਦਾ ਦੂਸਰਾ ਸਥਾਨ ਆਉਂਦਾ ਹੈ ਕਿਉਂਕਿ ਮਹਾਰਾਸ਼ਟਰ ਕੋਲ ਹੈਗੀਆਂ ਜੀ ਇਹਨਾਂ ਦੇ ਵਿੱਚੋਂ 48 ਸੀਟਾਂ। ਅਤੇ ਤੀਸਰਾ ਸਥਾਨ ਆਉਂਦਾ ਹੈ ਜੀ ਇਹਨਾਂ ਦੇ ਵਿੱਚੋਂ ਬਿਹਾਰ ਦਾ ਤੀਸਰਾ ਸਥਾਨ ਆਉਂਦਾ ਹੈ, ਇਹਦੇ ਕੋਲ ਹੈਗੀਆਂ ਜੀ 40 ਸੀਟਾਂ ਲੋਕ ਸਭਾ ਦੇ ਵਿੱਚ। ਠੀਕ ਹੈ, ਯੂਪੀ ਪਹਿਲੇ ਸਥਾਨ ਤੇ ਆ ਤਾਂ ਇਹ ਦੋ ਇਹਨਾਂ ਦੇ ਵਿੱਚ ਆਉਂਦੇ ਹੈਗੇ ਜੀ ਬਿਹਾਰ ਅਤੇ ਮਹਾਰਾਸ਼ਟਰ। ਇਸ ਕਰਕੇ ਬੀ ਆਨਸਰ ਇਸ ਦਾ ਸਹੀ ਹੋ ਜਾਊਗਾ ਜੀ। ਠੀਕ ਹੈ, ਸੋ ਇਹਨਾਂ ਦੇ ਵਿੱਚੋਂ ਸਿੱਕਮ, ਨਾਗਾਲੈਂਡ ਦੇ ਜਿਹੜੇ ਹੈ ਨਾ ਸਭ ਤੋਂ ਘੱਟ ਨੇਗੀਆਂ। ਸਿੱਕਮ ਤੇ ਨਾਗਾਲੈਂਡ ਇਹਨਾਂ ਦੀਆਂ ਇੱਕ ਇੱਕ ਸੀਟਾਂ ਹੀ ਹੈਗੀਆਂ ਨੇਗੀਆਂ, ਇੱਕ ਸੀਟ ਹੀ ਹੈਗੀ ਇਹਨਾਂ ਦੀ, ਇਹ ਸਭ ਤੋਂ ਘੱਟ ਆਉਂਦੀਆਂ। ਨੈਕਸਟ ਹੈ ਜੀ 30 ਨੰਬਰ, ਭਾਰਤੀ ਰਾਜਾਂ ਨੂੰ ਭਾਸ਼ਾਈ ਆਧਾਰ ਤੇ ਕਿਸ ਸਾਲ ਮੁੜ ਸੰਗਠਿਤ ਕੀਤਾ ਗਿਆ ਜੀ? 1951 ਦੇ ਵਿੱਚ, 1947 ਦੇ ਵਿੱਚ, ਆਪਸ਼ਨ 3 ਹੈ 1956 ਦੇ ਵਿੱਚ ਅਤੇ ਆਪਸ਼ਨ 4 ਹੈ 1956 ਦੇ ਵਿੱਚ। ਸੋ ਭਾਸ਼ਾ ਦੇ ਆਧਾਰ ਦੇ ਉੱਪਰ, ਲੈਂਗੁਏਜ ਦੇ ਆਧਾਰ ਦੇ ਉੱਪਰ ਕਿਹੜੇ ਸਾਲ ਜਿਹੜਾ ਹੈ ਪੁਨਰਗਠਨ ਕੀਤਾ ਗਿਆ ਜੀ? ਸੋ ਇਹਦਾ ਰਾਈਟ ਆਨਸਰ ਹੈ ਜੀ 1956। ਇਸ ਦੇ ਅਧੀਨ ਇਸ ਨੂੰ ਜਿਹੜਾ ਹੈ ਨਾ ਸ਼ਾਮਲ ਕੀਤਾ ਗਿਆ, ਯਾਨੀ ਕਿ ਮੁੜ ਤੋਂ ਜਿਹੜਾ ਸੰਗਠਿਤ ਕੀਤਾ ਗਿਆ ਹੈ। ਸੋ ਇਸ ਦੇ ਅਧੀਨ ਇੱਕ ਐਕਟ ਸੀ ਜਿਹਦਾ ਨਾਮ ਹੈ ਜੀ ਸਟੇਟ ਰੀਆਰਗਨਾਈਜੇਸ਼ਨ ਓਕੇ ਐਕਟ 1956। ਇਸ ਐਕਟ ਦੇ ਅਧੀਨ ਜਿਹੜਾ ਹੈ ਸਾਡੇ ਭਾਰਤੀ ਰਾਜਾਂ ਨੂੰ ਭਾਸ਼ਾ ਦੇ ਆਧਾਰ ਦੇ ਉੱਪਰ ਵੰਡਿਆ ਗਿਆ ਹੈ। ਓਕੇ, ਧਿਆਨ ਰੱਖਿਓ ਕਿ ਇਹਦਾ ਜਿਹੜਾ ਪ੍ਰਮੁੱਖ ਯੋਗਦਾਨ ਰਿਹਾ ਹੈ ਇਹਦੇ ਅਧੀਨ ਭਾਸ਼ਾ ਦੇ ਆਧਾਰ ਬਣਨ ਲਈ ਉਹ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਰਿਹਾ ਹੈ। ਸਰਦਾਰ ਵੱਲਭ ਭਾਈ ਪਟੇਲ। ਓਕੇ, ਇਹਦਾ ਪ੍ਰਮੁੱਖ ਯੋਗਦਾਨ ਰਿਹਾ ਹੈ ਜਿਹਦੇ ਸਦਕਾ ਹੀ ਇਹ ਭਾਸ਼ਾ ਦੇ ਆਧਾਰ ਦੇ ਉੱਪਰ ਰਾਜ ਵੰਡੇ ਗਏ ਸੀ, ਕਿਉਂਕਿ ਬਹੁਤ ਸਾਰੇ ਜਿਵੇਂ ਹੈਦਰਾਬਾਦ ਲਾ ਲਓ ਜਾਂ ਕੁਝ ਹੋਰ ਰਿਆਸਤਾਂ ਸੀ ਉਹ ਰਲਣਾ ਹੀ ਨਹੀਂ ਚਾਹੁੰਦੀਆਂ ਸੀ ਭਾਰਤ ਦੇ ਵਿੱਚ, ਬਟ ਇਹਨਾਂ ਦੇ ਸਹਿਯੋਗ ਸਦਕਾ ਜਿਹੜੀ ਹੈ ਨਾ ਹੈਦਰਾਬਾਦ ਵਰਗੀਆਂ ਜਾਂ ਹੋਰ ਜੰਮੂ ਕਸ਼ਮੀਰ ਵਰਗੀਆਂ ਜਿਹੜੀਆਂ ਰਿਆਸਤਾਂ ਸੀ ਇਹਨਾਂ ਨੇ ਫਿਰ ਸਹਿਮਤੀ ਦੇ ਦਿੱਤੀ ਸੀ ਤੇ ਭਾਰਤ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਓਕੇ, ਇਸ ਕਰਕੇ ਇਹਨਾਂ ਦਾ ਪ੍ਰਮੁੱਖ ਯੋਗਦਾਨ ਮੰਨਿਆ ਜਾਂਦਾ ਹੈਗਾ। ਠੀਕ ਹੈ ਜੀ, ਸੋ ਧਿਆਨ ਰੱਖਣਾ ਹੈ ਕਿ ਜਿਹੜਾ ਸਟੇਟ ਰੀਆਰਗਨਾਈਜੇਸ਼ਨ ਐਕਟ ਸੀਗਾ ਇਸ ਸਮੇਂ ਜਿਹੜਾ PM ਸੀਗਾ ਉਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਸੀਗੇ। ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਉਸ ਸਮੇਂ ਜਿਹੜਾ ਮੁੱਖ
ਪ੍ਰਧਾਨ ਮੰਤਰੀ ਸੀਗੇ, ਇਹ ਵੀ ਯਾਦ ਰੱਖਣਾ ਹੈ। ਅਤੇ ਸਟੇਟ ਰੀਆਰਗੇਨਾਈਜੇਸ਼ਨ ਜਿਹੜਾ ਹੈ ਇਹਦੇ ਨਾਲ ਸੰਬੰਧ ਜਿਹੜੀਆਂ ਵੀ ਸੋਧਾਂ ਹੈਗੀਆਂ ਨੇ ਇਹ ਪਾਰਟ ਨੰਬਰ ਸੰਵਿਧਾਨ ਦੇ 1 ਦੇ ਵਿੱਚ ਤੇ ਆਰਟੀਕਲ ਜਿਹੜਾ ਹੈ 3 ਇਹਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕਿ ਕਿਹੜੇ ਖੇਤਰ ਨੂੰ ਕਿੰਨਾ ਖੇਤਰ ਆਊਗਾ, ਕੀ ਨਾਮ ਦਿੱਤਾ ਹੈ, ਕਿਹੜੀ ਭਾਸ਼ਾ ਤੇ ਜਿਹੜਾ ਹੈ ਇਹ ਨਾਮ ਦਿੱਤਾ ਗਿਆ ਹੈ। ਓਕੇ, ਅਤੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਕਹਿ ਸਕਦੇ ਹਾਂ ਰਾਜ ਬਣਾਇਆ ਗਿਆ ਸੀ ਇਹਨਾਂ ਦੇ ਵਿੱਚੋਂ ਉਹ ਆਂਧਰਾ ਪ੍ਰਦੇਸ਼ ਸੀਗਾ ਭਾਸ਼ਾ ਦੇ ਆਧਾਰ ਦੇ ਉੱਪਰ। ਠੀਕ ਹੈ, ਆਂਧਰਾ ਪ੍ਰਦੇਸ਼ ਇਹ ਪਹਿਲਾ ਰਾਜ ਸੀਗਾ। ਆਂਧਰਾ ਪ੍ਰਦੇਸ਼ ਪਹਿਲਾ ਰਾਜ ਸੀ ਜਿਹਨੂੰ ਭਾਸ਼ਾ ਦੇ ਆਧਾਰ ਦੇ ਉੱਪਰ ਬਣਾਇਆ ਗਿਆ ਸੀਗਾ। ਅਤੇ ਇਹ ਵੀ ਧਿਆਨ ਰੱਖਣਾ ਹੈ ਕਿ ਇਹ ਜਦੋਂ ਬਣਾਏ ਗਏ ਨੇ ਪ੍ਰਮੁੱਖ ਡੇਟ ਉਸ ਸਮੇਂ ਤੁਸੀਂ ਨੋਟ ਕਰ ਲੈਣਾ 1 ਨਵੰਬਰ 1956 ਇਸ ਦਿਨ ਇਹ ਬਣਾਏ ਗਏ ਸੀ। ਤੇ ਪਹਿਲਾ ਆਂਧਰਾ ਪ੍ਰਦੇਸ਼ ਸੀ ਤੇ ਇਹਦੇ ਵਿੱਚ ਟੋਟਲ 5 ਜਿਹੜੇ ਰਾਜ ਹੈ ਸਟੇਟਸ ਉਹ ਬਣਾਏ ਗਏ ਸੀ ਇਸ ਸਮੇਂ ਦੇ ਵਿੱਚ। ਕਿਹੜੇ ਕਿਹੜੇ ਸੀ ਇਹ ਵੀ ਨੋਟ ਕਰ ਲਿਓ। ਇਹਦੇ ਵਿੱਚ ਪਹਿਲਾ ਕੇਰਲਾ ਹੈ ਜੀ, ਠੀਕ ਹੈ, ਕੇਰਲਾ ਤੋਂ ਬਾਅਦ ਤਾਮਿਲਨਾਡੂ ਆ ਜਾਂਦਾ ਹੈ ਜੀ, ਇਹ ਬਣਾਇਆ ਗਿਆ ਸੀਗਾ ਜੀ, ਤਾਮਿਲਨਾਡੂ ਬਣਾਇਆ ਗਿਆ ਸੀਗਾ। ਕਰਨਾਟਕਾ ਬਣਾਇਆ ਗਿਆ ਸੀਗਾ ਜੀ, ਕਰਨਾਟਕਾ। ਓਕੇ, ਇਸ ਤੋਂ ਇਲਾਵਾ ਤੀਸਰਾ ਚੌਥਾ ਸੀਗਾ ਜੀ ਆਂਧਰਾ ਪ੍ਰਦੇਸ਼, ਇਹ ਪਹਿਲਾ ਸੀਗਾ, ਠੀਕ ਹੈ, ਬਟ ਆਪਾਂ ਇੱਥੇ ਥੋੜੇ ਅਲੱਗ ਲਿਖ ਰਹੇ ਹਾਂ। ਔਰ ਪੰਜਵਾਂ ਸੀ ਜੀ ਮੱਧ ਪ੍ਰਦੇਸ਼। ਇਹ 5 ਰਾਜ ਜਿਹੜੇ ਹੈ ਬਣਾਏ ਗਏ ਸੀ 1956 ਦੇ ਵਿੱਚ, 1 ਨਵੰਬਰ 1956 ਨੂੰ ਹੋਣ ਦੇ ਵਿੱਚ ਆਏ ਸੀ। ਤੇ ਸਾਡਾ ਪੰਜਾਬ ਵੀ ਜਿਹੜਾ ਹੈ ਉਹ 1 ਨਵੰਬਰ ਨੂੰ ਹੀ ਆਇਆ ਸੀਗਾ, ਠੀਕ ਹੈ, ਬਟ ਇਹ 1966 ਦੇ ਵਿੱਚ ਆਇਆ ਸੀ 10 ਸਾਲਾਂ ਬਾਅਦ ਦੇ ਵਿੱਚ। ਓਕੇ, ਚਲੋ ਕੁਝ ਹੋਰ ਚੀਜ਼ਾਂ ਵੀ ਇਸ ਦੇ ਵਿੱਚ ਵੀ ਦੱਸ ਦਵਾਂ। 1947 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ। ਨੈਕਸਟ ਹੈ ਜੀ 31 ਨੰਬਰ, ਭਾਰਤ ਦੇ ਸੰਵਿਧਾਨ ਦੀ ਧਾਰਾ 370 ਦੀ ਵਿਵਸਥਾ ਹੈ ਜੰਮੂ ਕਸ਼ਮੀਰ ਦੇ ਲਈ ਅਸਥਾਈ ਵਿਵਸਥਾ ਦੇ ਲਈ। ਨਾਗਾਲੈਂਡ ਦੇ ਸੰਬੰਧ ਵਿੱਚ ਵਿਸ਼ੇਸ਼ ਵਿਵਸਥਾਵਾਂ, ਨਾਗਾਲੈਂਡ ਦੇ ਸੰਬੰਧ ਵਿੱਚ ਵਿਸ਼ੇਸ਼ ਵਿਵਸਥਾਵਾਂ ਦੁਬਾਰਾ ਰਿਪੀਟ ਹੋ ਗਿਆ ਹੈ। ਔਰ ਨੈਕਸਟ ਹੈ ਜੀ ਵਿੱਤੀ ਐਮਰਜੈਂਸੀ ਦੇ ਸੰਬੰਧ ਦੇ ਵਿੱਚ ਵਿਵਸਥਾਵਾਂ। ਸੋ ਰਾਈਟ ਹੈ ਆਨਸਰ ਇਹ। ਸੋ 300 ਧਾਰਾ ਆਪਾਂ ਕਈ ਵਾਰ ਹਨਾ ਰਿਪੀਟ ਕਰ ਲਈ ਹੈ। ਸੋ ਇਹ ਜੰਮੂ ਕਸ਼ਮੀਰ ਦੇ ਲਈ ਹੀ ਸੰਬੰਧਿਤ ਹੈ ਤੇ ਜੰਮੂ ਕਸ਼ਮੀਰ ਦੇ ਲਈ ਅਸਥਾਈ ਵਿਵਸਥਾਵਾਂ ਦੀ ਜਿਹੜੀ ਹੈ ਪ੍ਰਬੰਧ ਇਹ ਕਰਦਾ ਹੈ। ਨੈਕਸਟ ਹੈ 32 ਨੰਬਰ, ਰਾਜਾਂ ਦੇ ਪੁਨਰਗਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਭਾਰਤੀ ਰਾਜਾਂ ਦਾ ਵਿਆਪਕ ਪੁਨਰਗਠਨ ਕਦੋਂ ਪੂਰਾ ਹੋਇਆ? 1947 ਚ, 1966 ਚ, 1956 ਚ ਤੇ ਜਾਂ ਫਿਰ 2007 ਦੇ ਵਿੱਚ। ਓਕੇ, ਸੋ ਇਹ ਸੀਗਾ ਜੀ 1956 ਦੇ ਵਿੱਚ ਵੰਡ ਹੋਈ ਹੈ ਪੂਰਨ ਰੂਪ ਦੇ ਵਿੱਚ। ਇਹ ਵੀ ਧਿਆਨ ਰੱਖਣਾ ਹੈ ਕਿ ਭਾਸ਼ਾ ਦੇ ਆਧਾਰ ਦੇ ਉੱਪਰ ਹੀ ਵੰਡ ਹੋਈ ਹੈ, ਭਾਸ਼ਾ ਦੇ ਆਧਾਰ ਦੇ ਉੱਪਰ ਵੰਡ ਹੋਈ ਸੀਗੀ ਰਾਜਾਂ ਦੀ। ਨੈਕਸਟ ਹੈ ਜੀ 33 ਨੰਬਰ, ਸਰਕਾਰੀਆ ਕਮਿਸ਼ਨ ਨੂੰ ਇਸ ਸਵਾਲ ਦੀ ਸਮੀਖਿਆ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ? ਕੇਂਦਰ ਰਾਜ ਸੰਬੰਧ ਦੇ ਲਈ, ਵਿਧਾਨਕ ਸਮੱਸਿਆਵਾਂ ਦੇ ਲਈ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਮੱਸਿਆਵਾਂ ਦੇ ਲਈ ਤੇ ਜਾਂ ਫਿਰ ਕਬਾਇਲੀ ਖੇਤਰ ਦੇ ਲਈ। ਸੋ ਸਰਕਾਰੀਆ ਕਮਿਸ਼ਨ ਅਸੀਂ ਸੰਬੰਧ ਦੇ ਵਿੱਚ ਪੜ੍ਹਿਆ ਸੀ ਕਿ ਸਰਕਾਰੀਆ ਕਮਿਸ਼ਨ ਕਿਹੜੇ ਵਿੱਚ ਟੌਪਿਕ ਦੇ ਵਿੱਚ ਆਉਂਦਾ ਹੈ। ਕੱਲ੍ਹ ਹੀ ਅਸੀਂ ਟੌਪਿਕ ਕੀਤਾ ਸੀਗਾ ਜੀ ਸੈਂਟਰ ਸਟੇਟ ਰਿਲੇਸ਼ਨ। ਓਕੇ, ਇਸ ਦੇ ਵਿੱਚ ਇਹ ਸ਼ਾਮਲ ਹੈ। ਆਪਾਂ ਇਹਦੀਆਂ ਰეკਮੈਂਡੇਸ਼ਨ ਦੀ ਵੀ ਗੱਲ ਕੀਤੀ ਸੀ ਕਿ 247 ਜਿਹੜੀਆਂ ਰეკਮੈਂਡੇਸ਼ਨ ਇਸਨੇ ਕੀਤੀਆਂ ਸੀ, ਕਿਹੜੀਆਂ ਕੀਤੀਆਂ ਸੀ ਆਪਾਂ ਥਿਊਰੀ ਦੇ ਵਿੱਚ ਕਰੀਆਂ ਹੋਈਆਂ ਨੇ, ਉੱਥੋਂ ਜਾ ਕੇ ਤੁਸੀਂ ਨੋਟ ਕਰ ਲਿਓ। ਓਕੇ, ਸੋ ਇਹਦਾ ਮੁੱਖ ਸੰਬੰਧ ਰਿਹਾ ਹੈਗਾ, ਆਪਾਂ ਟੌਪਿਕ ਦੇ ਵਿੱਚ ਇਹੀ ਗੱਲ ਕਰਤੀ ਹੈ ਕਿ ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਤਾਂ ਸੁਭਾਵਿਕ ਜੀ ਗੱਲ ਹੈ ਕਿ ਫਿਰ ਸਰਕਾਰੀਆ ਕਮਿਸ਼ਨ ਜਿਹੜਾ ਹੈ ਇਹ ਕੇਂਦਰ ਜਾਂ ਰਾਜ ਸਰਕਾਰ ਦੇ ਸਬੰਧਾਂ ਨੂੰ ਲੈ ਕੇ ਸੀ ਕਿ ਕਿਹੋ ਜਿਹੇ ਸਬੰਧ ਹੋਣੇ ਚਾਹੀਦੇ ਆ, ਕਿਹੜੇ ਕੰਮ ਕਰਨੇ ਚਾਹੀਦੇ ਆ, ਉਹ ਸਭ ਕੁਝ ਇਹਦੇ ਵਿੱਚ ਵਰਣਨ ਕੀਤਾ ਗਿਆ ਸੀ। 247 ਰეკਮੈਂਡੇਸ਼ਨ ਸੀਗੀਆਂ। ਨੈਕਸਟ ਹੈ ਜੀ ਭਾਰਤ ਦੇ ਵਿੱਚ ਸੰਘਾਤਮਕ ਸ਼ਾਸਨ ਨੂੰ ਇਕਾਤਮਕ ਵਿੱਚ ਕਦੋਂ ਬਦਲਿਆ ਜਾ ਸਕਦਾ ਹੈ? ਸੰਕਟਕਾਲੀਨ ਘੋਸ਼ਣਾ ਦੇ ਲਾਗੂ ਹੋਣ ਤੇ, ਪ੍ਰਧਾਨ ਮੰਤਰੀ ਦੇ ਹੁਕਮ ਤੇ, ਸੁਪਰੀਮ ਕੋਰਟ ਦੇ ਜੱਜ ਦੇ ਕਹਿਣ ਤੇ ਜਾਂ ਫਿਰ ਉਪਰੋਕਤ ਦੇ ਵਿੱਚੋਂ ਕੋਈ ਨਹੀਂ। ਸੋ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਜਾਊਗੀ ਆਰਟੀਕਲ 352 ਦੇ ਅਧੀਨ, 356 ਦੇ ਅਧੀਨ ਤੇ 360 ਦੇ ਅਧੀਨ ਜਦੋਂ ਐਮਰਜੈਂਸੀ ਲੱਗੂਗੀ ਉਸ ਸਮੇਂ ਸਾਰੀਆਂ ਸ਼ਕਤੀਆਂ ਜਿਹੜੀਆਂ ਹੈਗੀਆਂ ਨੇ ਉਹ ਪ੍ਰੈਜ਼ੀਡੈਂਟ ਕੋਲੇ ਆ ਜਾਂਦੀਆਂ ਹੈਗੀਆਂ ਨੇ। ਇਸੇ ਕਾਰਨ ਕਰਕੇ ਫਿਰ ਸ਼ਕਤੀਆਂ ਜਿਹੜੀਆਂ ਨੇ ਉਹ ਇੱਕ ਹੀ ਪਰਸਨ ਕੋਲੇ ਆ ਜਾਂਦੀਆਂ ਨੇ, ਜਾਣੀ ਕਿ ਰਾਸ਼ਟਰਪਤੀ ਕੋਲੇ ਆ ਜਾਂਦੀਆਂ ਨੇ ਅਤੇ ਉਸੇ ਸਮੇਂ ਹੀ ਫਿਰ ਭਾਰਤ ਦੇ ਵਿੱਚ ਇਕਾਤਮਕ ਜਿਹੜਾ ਸਿਸਟਮ ਹੈ ਉਹ ਆ ਜਾਂਦਾ ਤੇ ਸੰਘਾਤਮਕ ਸਿਸਟਮ ਦੀ ਜਿਹੜੀ ਹੈ ਖਤਮ ਕਰ ਦਿੱਤਾ ਜਾਂਦਾ ਹੈ। ਤਾਂ ਇਹਦਾ ਮਤਲਬ ਹੈ ਕਿ ਸੰਕਟਕਾਲੀਨ ਘੋਸ਼ਣਾ ਦੇ ਲਾਗੂ ਹੋਣ ਸਮੇਂ ਜਿਹੜਾ ਕਹਿ ਸਕਦੇ ਹਾਂ ਇਹ ਸ਼ਕਤੀਆਂ ਇੱਕ ਹੈ ਪਰਸਨ ਦੇ ਕੋਲੇ ਚਲੀਆਂ ਜਾਂਦੀਆਂ ਨੇ। ਨੈਕਸਟ ਹੈ 35 ਨੰਬਰ, ਕਿਸ ਵਿਦਵਾਨ ਨੇ ਭਾਰਤੀ ਸੰਵਿਧਾਨ ਨੂੰ ਅਰਧ ਸੰਘਾਤਮਕ ਦੱਸਿਆ ਹੈ? ਕੇ ਐਮ ਮੁਨਸ਼ੀ ਨੇ, ਗਨਵਿਲ ਆਸਟਨ ਨੇ, ਕੇ ਸੀ ਵਹੀਰ ਨੇ ਜਾਂ ਫਿਰ ਪਾਲ ਏਪਲਬਾਈ ਨੇ? ਸੋ ਇਹਨਾਂ ਦੇ ਵਿੱਚੋਂ ਸਹੀ ਆਨਸਰ ਹੈ ਜੀ ਕੇ ਸੀ ਵਹੀਰ। ਇਹਦੇ ਅਨੁਸਾਰ ਭਾਰਤ ਦੇ ਵਿੱਚ ਅਰਧ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਕੁਆਸੀ ਫੈਡਰਲ ਸਿਸਟਮ ਜਿਹੜਾ ਹੈ ਲਾਗੂ ਹੈ ਅਤੇ ਇਹ ਅਸੀਂ ਫਿਰ ਕੈਨੇਡਾ ਤੋਂ ਲੈਤਾ ਹੈ। ਇਹ ਜੀ ਜ਼ਰੂਰ ਯਾਦ ਰੱਖਣੀ ਹੈ, ਠੀਕ ਹੈ ਜੀ। ਨੈਕਸਟ ਹੈ ਜੀ ਕਿਸ ਵਿਦਵਾਨ ਨੇ ਭਾਰਤੀ ਸੰਘਾਤਮਕ ਪ੍ਰਣਾਲੀ ਨੂੰ ਸਹਿਕਾਰੀ ਸਹਿਯੋਗੀ ਸੰਘਾਤਮਕ ਪ੍ਰਬੰਧ ਕਿਹਾ ਹੈ ਜੀ, ਯਾਨੀ ਕਿ ਕੋਆਪਰੇਟਿਵ ਫੈਡਰਲਿਜ਼ਮ ਕਿਹਾ ਹੈ? ਕੇ ਐਮ ਮੁਨਸ਼ੀ ਨੇ, ਗਨਵਿਲ ਆਸਟਨ ਨੇ, ਕੇ ਸੀ
वायर ने ते जां फिर पॉल एपलबाई ने। सो राइट इसका आंसर गुनविल आइस्टन ने क्या है कि सेंटर एंड स्टेट ये दोनों कोऑपरेट करके मिल के काम करते हैं, एक दूजे ਨੂੰ सहयोग ਦਿੰਦੇ ਨੇ, ਇਸੇ ਕਰਕੇ ਇਹਨੂੰ ਕੋਆਪਰੇਟਿਵ ਫੈਡਰਲਿਜ਼ਮ ਕਿਹਾ ਜਾਂਦਾ ਹੈ। ਨਾ ਤਾਂ ਸੈਂਟਰ ਸਰਕਾਰ ਜ਼ਿਆਦਾ ਪਾਵਰਫੁਲ ਹੈ ਤੇ ਨਾ ਹੀ ਕਹਿ ਸਕਦੇ ਹਾਂ ਸਟੇਟ ਸਰਕਾਰ ਜ਼ਿਆਦਾ ਪਾਵਰਫੁਲ ਹੈ, ਇੱਥੇ ਇਹ ਕਹਿ ਸਕਦੇ ਹੈਗੇ ਆਪਾਂ। ਓਕੇ, ਇਹ ਗੁਨਵਾਲ ਆਸਟਨ ਦੇ ਸ਼ਬਦ ਨੇ। ਨੈਕਸਟ ਹੈ 37 ਨੰਬਰ, ਕਿਸ ਵਿਅਕਤੀ ਨੇ ਭਾਰਤੀ ਸੰਘਾਤਮਕ ਪ੍ਰਬੰਧ ਨੂੰ ਮਜ਼ਬੂਤ ਕੇਂਦਰ वाली संघात्मक व्यवस्था का नाम देता है? के एस वेयर ने, गनविल आइंस्टाइन ने, मॉरिस यान्स ने ते जां फिर आइवर जेनिंग्स ने। सो इन्हां दे विचों सही आंसर है जी डी आइवर जेनिंग्स ने जिहड़ा कहा है कि भारत दे विच जिहड़ी संघात्मक प्रबंध है ये मजबूत है तो इसे कारण करके इत्थे ना सेंटर जिहड़ा है वो ज़्यादा मजबूत है, यानी कि केंद्र सरकार जिहड़ी है वो मोर पावरफुल है स्टेट दे नालों। नैक्सट है जी 38 नंबर, भारतीय संविधान दीयां विशेषतावां हन एकात्मकता, संघात्मकता, एकात्मक विशेषता वाला संघी प्रबंध ते जां फिर संघी प्रणाली नाल एकात्मक शक्तियां। सो ये मास्टर केडर दे विच आया होया, खास तौर पर इस चीज़ का ध्यान रखना, ठीक है, 3582 दे विच। सो राइट इसका आंसर एकात्मक विशेषताओं वाला संघी प्रबंध, ठीक है, एकात्मक विशेषताओं वाला संघी प्रबंध मौजूद है जी भारतीय संविधान दीयां विशेषतावां दे विच। नैक्सट है जी 39 नंबर, भारत विच संघवाद के मॉडल किहड़े हन? एकवादी संघवाद, सहकारी संघवाद, सौदेबाजी संघवाद ते जां फिर उपरोक्त। ये तीनों ही नेगे, एकवादी संघवाद भी पाया जाता है, सहकारी भी पाया जाता है तो सौदेबाजी वाला भी पाया जाता है, यानी कि कोऑपरेटिव वाला सिस्टम है ना, ये तीनों चीज़ां इहदे विच पाईयां जांदियां ने। नैक्सट है 40 नंबर, भारत संघात्मक व्यवस्था नूं सौदेबाजी वाला संघवाद किसने कहा है? ऑप्शन एक है गनविल आइंस्टाइन ने, के सी वायर ने, मॉरिस जॉन्स ने जां फिर आइवर जेनिंग्स ने। सो इसका नाम है जी मॉरिस जॉन्स। इस बंदे ने कहा है कि भारत दे विच जिहड़ा सौदेबाजी वाला संघवाद है सौदा किया जाता है शक्तियां दा। ओके, सो ये सी साडे अज दे MCQ। सो उम्मीद करदा हाँ कि सारिਆਂ ਦੇ ਲਈ ਹੈਲਪਫੁਲ ਰਹੇ ਹੋਣਗੇ। सो WhatsApp ग्रुप ज्वाइन करने ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।